ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਦੇ ਇਸ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਸਾਰੇ ਜਗਤ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ, ਉਸ ਸ਼ਹਿਰ ਉਸ ਨਗਰ ਦੀ ਸਥਾਪਨਾ ਕੀਤੀ ਜਿਹੜਾ ਕਿ ਮਰਕਜ਼ ਬਣਿਆ, ਧੁਰਾ ਬਣਿਆ ਔਰ ਕੇਂਦਰ ਬਣਿਆ। ਸਤਿਗੁਰ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ, ਉਹਨਾਂ ਦੀਆਂ ਬਖਸ਼ਿਸ਼ਾਂ, ਉਹਨਾਂ ਦੀਆਂ ਖੁਸ਼ੀਆਂ ਦੀ ਅਰਦਾਸ ਕਰਦੇ ਹੋਏ ਆਪ ਸਭ ਨੂੰ ਵਧਾਈ ਦਿੰਦੇ ਹਾਂ। ਗੁਰੂ ਸਾਹਿਬਾਨ ਨੇ ਜਦੋਂ ਵੀ ਇਸ ਜਗਤ ਦੇ ਉੱਤੇ ਇਸ ਜਗਤ ਤਮਾਸ਼ੇ ਨੂੰ ਵੇਖਿਆ ਤਾਂ ਉਹਨਾਂ ਦਾ ਮਕਸਦ ਕੇਵਲ ਇਨਸਾਨ ਨੂੰ ਇਨਸਾਨੀ ਗੁਣਾਂ ਨਾਲ ਹੀ ਨਹੀਂ ਭਰਪੂਰ ਕਰਨਾ ਸੀ, ਬਲਕਿ ਉਸ ਇਨਸਾਨ ਦੇ ਅੰਦਰੋਂ ਵਿਕਰਤੀਆਂ, ਬੁਰਾਈਆਂ ਔਰ ਪਸ਼ੂਪੁਣੇ ਨੂੰ ਕੱਢ ਕੇ ਨਾ ਕੇਵਲ ਮਾਨਸ ਬਣਾਉਣਾ, ਬਲਕਿ ਮਾਨਸ ਤੋਂ ਬਹੁਤ ਉਚਲੀ ਮੰਜ਼ਿਲ ਸੀ ਜਿਹੜੀ ਕਿ ਉਹ ਮੰਜ਼ਿਲ ਸੀ ਜਿਨ ਮਾਨਸ ਤੇ ਦੇਵਤੇ ਕੀਏ। ਇਸ ਇਨਸਾਨ ਨੂੰ ਉਰੂਜ਼ ਦੇ ਉੱਤੇ ਪਹੁੰਚਾਉਣਾ ਔਰ ਉਸ ਦੇ ਲਈ ਜਿਹੜੀ ਸਭ ਤੋਂ ਵੱਡੀ ਚੀਜ਼ ਉਸ ਦੇ ਅੰਦਰ ਭਰਨ ਦੀ ਕੋਸ਼ਿਸ਼ ਕੀਤੀ ਉਹ ਸੀ ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ। ਉਹ ਬਖਸ਼ਿਸ਼ ਸੀ, ਉਹ ਰਹਿਮਤ ਸੀ। ਗੁਰੂ ਸਾਹਿਬ ਨੇ ਜਿਹੜੀ ਬਖਸ਼ਿਸ਼, ਜਿਹੜੀ ਰਹਿਮਤ ਦਿੱਤੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਅੰਕਿਤ ਕੀਤਾ, ਨਿਰਭਉ ਨਿਰਵੈਰ। ਇਹ ਦੋ ਗੁਣ ਅਕਾਲ ਪੁਰਖ ਦੇ ਗੁਣ ਸਨ। ਇਸ ਦੇ ਲਈ ਜੋ ਵੀ ਸੰਸਕ੍ਰਿਤੀ ਸੀ, ਜੋ ਵੀ ਕਲਚਰ ਸੀ, ਜਿਹੜਾ ਵੀ ਇੱਥੇ ਮੌਜੂਦ ਧਰਮ ਗ੍ਰੰਥ ਸਨ, ਗੁਰੂ ਸਾਹਿਬ ਨੇ ਉਹਨਾਂ ਨੂੰ ਰੱਦ ਨਹੀਂ ਕੀਤਾ, ਬਲਕਿ ਉਹਨਾਂ ਦੇ ਆਯਾਮ ਬਦਲ ਦਿੱਤੇ, ਉਹਨਾਂ ਦੀਆਂ ਡਾਇਮੈਂਸ਼ਨਸ ਬਦਲ ਦਿੱਤੀਆਂ, ਉਹਨਾਂ ਦੀ ਸੋਚ ਬਦਲ ਦਿੱਤੀ। ਉਹਨਾਂ ਨੂੰ ਸਮਾਪਤ ਨਹੀਂ ਕੀਤਾ। ਅੰਮ੍ਰਿਤ, ਕੀਰਤਨ, ਭਜਨ, ਬੰਦਗੀ ਇਹ ਪੁਰਾਣੇ ਲਫ਼ਜ਼ ਸਨ, ਪਰ ਗੁਰੂ ਸਾਹਿਬ ਦੇ ਕੋਲ ਜਦੋਂ ਇਹ ਲਫ਼ਜ਼ ਆਏ, ਉਹਨਾਂ ਨੇ ਇਹਨਾਂ ਨੂੰ ਐਸੇ ਤਰੀਕਿਆਂ ਦੇ ਨਾਲ ਤਰਾਸ਼ਿਆ ਕਿ ਸਾਡਾ ਸਾਰਾ ਕੁਝ ਜੀਵਨ ਹੀ ਤਬਦੀਲ ਹੋ ਗਿਆ। ਅੱਜ ਦੇ ਹਵਾਲੇ ਨਾਲ ਦੇਖੀਏ ਕਿ ਕਿਵੇਂ ਡਾਇਮੈਂਸ਼ਨਸ ਬਦਲੀ ਹੁੰਦੀਆਂ। 31 ਦਸੰਬਰ ਨੂੰ ਸਾਰੇ ਸੰਸਾਰ ਦੇ ਵਿੱਚ ਇੱਕ ਪਿਰਤ ਸ਼ੁਰੂ ਹੋ ਗਈ ਕਿ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤ ਇਕੱਤਰ ਹੁੰਦੀ ਹੈ। ਮਕਸਦ 31 ਦਸੰਬਰ ਮਨਾਉਣ ਦਾ ਨਹੀਂ, ਨਵਾਂ ਸਾਲ ਮਨਾਉਣ ਦਾ ਨਹੀਂ, ਬਲਕਿ ਉਸ ਨੂੰ ਡਾਇਵਰਟ ਕਰਕੇ, ਉਸ ਨੂੰ ਡਾਇਵਰਸ਼ਨ ਦੇ ਕੇ ਦੂਜੇ ਪਾਸੇ ਲਾ ਦਿੱਤਾ। ਇਹ ਬੜੀ ਵੱਡੀ ਗੱਲ ਸੀ। ਬਿਲਕੁਲ ਇਸੇ ਤਰੀਕੇ ਦੇ ਨਾਲ ਜਦੋਂ ਪਹਿਲੇ ਸੰਗਰਾਂਦ ਦੇ ਮੌਕੇ 'ਤੇ ਲੋਕ ਤੀਰਥਾਂ 'ਤੇ, ਸਰੋਵਰਾਂ 'ਤੇ, ਨਦੀਆਂ 'ਤੇ ਇਸ਼ਨਾਨ ਕਰਨ ਜਾਂਦੇ ਸੀ ਤਾਂ ਗੁਰੂ ਸਾਹਿਬ ਨੇ ਉਸ ਮੌਕੇ ਨੂੰ ਇਸਤੇਮਾਲ ਕੀਤਾ। ਉਹਨਾਂ ਨੇ ਉਸ ਮੌਕੇ ਨੂੰ ਇਸਤੇਮਾਲ ਕਰਦਿਆਂ ਹੋਇਆਂ ਉਸ ਦੀ ਸੋਚ ਬਦਲੀ। ਉਹਨਾਂ ਨੇ ਕਿਹਾ, ਆਓ ਸੰਗਤ ਦੇ ਵਿੱਚ ਇਕੱਤਰ ਹੋ ਕੇ ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਕਰੋ ਸੰਗਰਾਂਦ ਦੇ ਵਿੱਚ। ਮਕਸਦ ਸੰਗਰਾਂਦ ਮਨਾਉਣਾ ਨਹੀਂ ਸੀ, ਮਕਸਦ ਸੰਗਰਾਂਦ ਦੇ ਮੌਕੇ ਦੇ ਉੱਤੇ ਆਪਣੇ ਉਸ ਮਿਸ਼ਨ ਨੂੰ ਅੱਗੇ ਤੋਰਨਾ ਸੀ। ਬਿਲਕੁਲ ਇਸੇ ਤਰੀਕੇ ਨਾਲ ਜ਼ਿੰਦਗੀ ਦੇ ਹਰ ਪੱਖ ਨੂੰ ਗੁਰੂ ਸਾਹਿਬ ਨੇ ਤਬਦੀਲ ਕਰ ਦਿੱਤਾ। ਔਰ ਜਿਹੜੀ ਗੱਲ ਉਹਨਾਂ ਨੇ ਮੁਕੰਮਲ ਕੀਤੀ, ਕਿਉਂਕਿ ਇਸ ਤੋਂ ਪਹਿਲੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਕਿਹਾ ਜਾਂਦਾ ਸੀ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ, ਜਾਂ ਸੂਰਮਾ ਹੋਏ ਜਾਂ ਭਗਤ ਹੋਏ। ਅਗਰ ਮਾਂ ਨੇ ਬੱਚਾ ਨੂੰ ਜਨਮ ਦੇਣਾ ਹੈ, ਪਰ ਗੁਰੂ ਸਾਹਿਬ ਨੇ ਕਿਹਾ, ਤਨ ਜੀਓ ਤੇ ਕੋ ਜਗ ਮੇ ਮੁਖਤੇ ਹਰ ਚਿੱਤ ਮੇ ਜੁੱਧ ਵਿਚਾਰੇ। ਇਹ ਜਿਹੜਾ ਮੁਕੰਮਲ ਇਨਸਾਨ ਸੰਤ ਸਿਪਾਹੀ ਦਾ ਸਰੂਪ ਸੀ ਔਰ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਦਸਹਿਰਾ ਬਹੁਤ ਮਹੱਤਵਪੂਰਨ ਤਿਉਹਾਰ ਸੀ। ਗੁਰੂ ਸਾਹਿਬ ਨੇ ਵੀ ਕਿਹਾ, ਗੁਰੂ ਨਾਨਕ ਸਾਹਿਬ ਨੇ ਵੀ ਉਸ ਦਾ ਜ਼ਿਕਰ ਕੀਤਾ, ਜਿੰਨੀ ਦੇਰ ਤੱਕ
रहेगा दुनिया रहेगी, ये लफज दोहराया जाएगा, मूर्ख रावण क्या लै गया। राम गयो रावण गयो, ये लफज रहणगे, राम कथा जुग जुग अटल। पर गुरु साहब ने इस मौके नूं गुरु गोबिंद सिंह साहब ने किवें तब्दील किया, किवें उन्होंने सारियां डायमैंशनस चेंज कीतियां, ये साडा अज दा विशा होएगा। साडी कोशिश करांगे। उस तो पहले सब तो पहले असी 2-3 मिनट लई गुरु साहब दी रची हुई वो बाणी चंडी दी वार श्री भगौती जी की विचों असी 2-3 मिनट लई आप जी नूं उस इलाही कीर्तन दा आप दे सन्मुख करांगे। प्रथम भगौती सिमर है, प्रथम भगौती सिमर है। प्रथम भगौती सिमर है, प्रथम भगौती नानक लई ध्याए, गुरु नानक लई ध्याए, फिर अंगद गुर दे अमरदास, फिर अंगद गुर दे अमरदास। रामदास होई सहाय, रामदास होय सहाय, अर्जन हर गोबिंद नो, अर्जन हर गोबिंद नो। सिमरो श्री हरे राय, सिमरो श्री हर राय, श्री हरि कृष्ण ध्याय, श्री हरि कृष्ण ध्याय। जिस डिठै सब दुख जाए, तेग बहादुर करनो निद आवे ताए, करनो निद आवे ताए। प्यारे दर्शकों, ये आप जी ने भाई साहब भाई बलबीर सिंह जी दे उन्हां दे कोलों जिहड़ी अरदास दी पहली पौड़ी जिहड़ी भगौती दी वार दे विचों वो आपने सरवण कीती। सानू बहुत प्रसन्नता है कि जिस जगह दे उत्ते इस सारी परंपरा नू संभालिया गया, उत्थों सचखंड श्री हजूर साहब नांदेड़ तो हैड ग्रंथी जथेदार प्रताप सिंह जी साडे नाल लाइन दे उत्ते जुड़े हैं। साडे बहुत वड्डे भाग हैं। सिंह साहब जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। सिंह साहब जी, सानू पता है तुसी हुणे सचखंड साहब जा रहे हो क्योंकि उत्थे समागम हो रहे हैं, सो आप दा समा नहीं लवांगे। असीस के तौर के उत्ते आप दे कोलों गैट पंजाबी अमरीका और कैनेडा के दर्शकों के रूबरू होने की बेनती करते हैं। ये जो चंडी दी वार, चंडी दा पाठ, चंडी इहदी महत्ता, गुरु साहब ने शस्त्रां दा नां वो क्यों रख दिता, जिहदे इहदे बारे अगर आप 2-4 मिनट जिन्ना आप कोल समा होए अगर संगतां नूं आप दस सको तो बहुत बहुत किरपा होएगी। सब तो पहला सारिया देशों विदेशों दीयां संगतां नूं दशहरे दीयां लख लख वधाइयां जी। बहुत लोग इस भुलेखे विच रहिंदे आ कि असीं ये दशहरा जिहड़ा श्री रामचंद्र जी दा करके बनवास तो जां रावण दे मारन दी खुशी विच मना रहे हैं।
ਇਹ ਕੁਝ ਕ੍ਰੀਤੀਆਂ ਹਿੰਦੁਸਤਾਨ ਦੇ ਸਮਾਜ ਵਿੱਚ ਪੈ ਗਈਆਂ ਸੀ। ਜਿਸ ਤਰ੍ਹਾਂ ਹੋਲਕਾਂ ਦੇ ਦਹਨ ਤੇ ਹੋਲੀ ਦੇ ਸਮੇਂ ਤੇ ਅਜੇ ਵੀ ਹਿੰਦੁਸਤਾਨ ਦੇ ਲੋਕ ਗੋਬਰ ਰੰਗ ਘੋਲ ਕੇ ਇੱਕ ਦੂਜੇ ਤੇ ਪਾਉਂਦੇ। ਉਹ ਕ੍ਰੀਤੀ ਨੂੰ ਮਿਟਾਉਣ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹੋਲੇ ਮਹੱਲੇ ਦੀ ਪਰੰਪਰਾ ਸ੍ਰੀ ਅਨੰਦਪੁਰ ਸਾਹਿਬ ਤੇ ਸ਼ੁਰੂ ਕੀਤੀ। ਇਸੇ ਤਰ੍ਹਾਂ ਇਹ ਜੋ ਦੁਸਹਿਰੇ ਦਾ ਪੁਰਬ ਹੈ, ਅਜੇ ਵੀ ਹਿੰਦੁਸਤਾਨ ਦੇ ਵਿੱਚ ਰਮਾਇਣ ਦੀ ਉਹ ਨੌਟੰਕੀ ਖੇਡੀ ਜਾਂਦੀ। ਹਰ ਸਾਲ ਹੀ ਕਿਸੇ ਨੂੰ ਪਤ ਕਿਸੇ ਨੂੰ ਬੇਪਤ ਕੀਤਾ ਜਾਂਦਾ। ਸਤਿਗੁਰਾਂ ਨੇ ਇਹ ਪਤ ਬੇਪਤ ਦੀਆਂ ਪਰੰਪਰਾਵਾਂ ਦੇ ਵਿੱਚੋਂ ਦੱਬੀ ਕੁਚਲੀ ਕੌਮ ਨੂੰ ਉੱਠ ਕੇ ਸ਼ਸਤਰ ਫੜ ਕੇ ਫੜਾ ਕੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਇਹ ਜੋ ਦੁਸਹਿਰੇ ਦਾ ਪੁਰਬ ਹੈ, ਇਹਨੂੰ ਸ਼ਸਤਰ ਪੂਜਾ ਦੇ ਤੌਰ ਤੇ ਮਨਾਉਣਾ ਆਰੰਭ ਕੀਤਾ ਜੀ। ਪਹਿਲੇ ਨਵਰਾਤਰੇ ਤੋਂ ਹੀ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਯੁੱਧਮਈ ਬਾਣੀ ਰਚੀ, ਨਾਲ ਉਹਦਾ ਉਦੇਸ਼ ਵੀ ਲਿਖਿਆ। ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਅਵਰ ਬਾਸ਼ਨਾ ਨਾਏ ਪ੍ਰਭ ਧਰਮ ਯੁੱਧ ਕੇ ਜਾਏ। ਇਹ ਬਾਣੀ ਸਾਰੀ ਧਰਮ ਯੁੱਧ ਦਾ ਚਾਅ ਸੂਰਮਿਆਂ ਵਿੱਚ ਪੈਦਾ ਕਰਨ ਵਾਸਤੇ ਸਤਿਗੁਰਾਂ ਨੇ ਰਚੀ। ਪਹਿਲੇ ਨਵਰਾਤਰੇ ਤੋਂ ਲੈ ਕੇ ਸ਼ਸਤਰਾਂ ਨੂੰ ਪ੍ਰਕਾਸ਼ ਕਰਕੇ ਚੰਡੀ ਬਾਣੀ ਜੋ ਸਤਿਗੁਰਾਂ ਨੇ ਉਚਾਰਨ ਕੀਤੀ, ਉਹਦੇ ਪਾਠ ਕੀਤੇ ਜਾਂਦੇ। ਨਾਰੀਅਲ ਰੱਖ ਕੇ ਵਿਧੀ ਵਿਧਾਨ ਮੁਤਾਬਕ ਫਲਾਂ ਦਾ ਪ੍ਰਸ਼ਾਦ ਰੱਖ ਕੇ ਵਰਤਾਇਆ ਜਾਂਦਾ ਸਮਾਪਤੀ ਤੇ। ਔਰ ਇਹ ਖੁਸ਼ੀ ਜਿਹੜੀ ਹੈ ਸ਼ਸਤਰ ਪੂਜਾ ਦੇ ਤੌਰ ਤੇ ਮਨਾਈ ਜਾਂਦੀ ਹੈ, ਕਿਉਂਕਿ ਸ਼ਸਤਰ ਹੀ ਸੀ ਜਿਨ੍ਹਾਂ ਨੇ ਰਾਵਣ ਦਾ ਵੱਧ ਕੀਤਾ। ਸ਼ਸਤਰ ਹੀ ਸੀ ਜਿਨ੍ਹਾਂ ਨੇ ਰਾਮ ਚੰਦਰ ਦੀ ਰੱਖਿਆ ਕੀਤੀ, ਜੰਗਲਾਂ ਦੇ ਵਿੱਚ ਵੀ ਰਾਜ ਭਾਗ ਦੇ ਵਿੱਚ ਵੀ। ਇਸ ਵਾਸਤੇ ਇਹ ਸ਼ਸਤਰ ਪੂਜਾ ਦੇ ਤੌਰ ਤੇ ਪੁਰਬ ਮਨਾਇਆ ਜਾਂਦਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਔਰ ਜਸ ਪੰਜਾਬੀ ਜੋ ਰੇਡੀਓ ਗੈਟ ਪੰਜਾਬੀ ਔਰ ਗੈਟ ਪੰਜਾਬੀ ਜੀ, ਇਹ ਸਾਰੇ ਵਰਲਡ ਦੇ ਵਿੱਚ ਫੈਲੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਝੰਡਾ ਬਰਦਾਰ ਹੈ ਗੁਰਬਾਣੀ ਦਾ, ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਬਾਣੀ ਦਾ, ਔਰ ਖਾਸ ਕਰਕੇ ਲਾਂਬਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸੰਗਤਾਂ ਦਾ ਦਰਸ਼ਨ ਕਰਵਾਉਂਦੇ। ਮੈਂ ਸਮੇਂ ਦੀ ਘਾਟ ਹੋਣ ਕਰਕੇ ਸੰਗਤਾਂ ਤੋਂ ਇੱਥੇ ਖਿਮਾ ਮੰਗਦਾ ਹਾਂ। ਤਖਤ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਨੂੰ ਦੁਸਹਿਰੇ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵੱਧ ਤੋਂ ਵੱਧ ਵੀਰ ਅਸੀਂ ਬਾਣੀ ਪੜ੍ਹਨੀ ਚਾਹੀਦੀ ਹੈ, ਇਹਦਾ ਪ੍ਰਚਾਰ ਹੋਣਾ ਚਾਹੀਦਾ, ਕਿਉਂਕਿ ਸਿੱਖ ਜਿਹੜਾ ਹੈ ਜਿੱਥੇ ਸ਼ਾਂਤਮਈ ਉੱਥੇ ਵੀਰ ਰਸ ਵੀ ਹੈ। ਦੋ ਬਾਹਾਂ ਜਿਹੜੀਆਂ ਨੇ, ਇੱਕ ਪ੍ਰੇਮ ਰਸ ਦੀਆਂ, ਇੱਕ ਵੀਰ ਰਸ ਦੀਆਂ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਹੈ। ਜਿੱਥੇ ਸਿੱਖ ਨੂੰ ਆਤਮ ਰਸੀ ਬਣਾਇਆ ਹੈ, ਉੱਥੇ ਵੀਰ ਰਸੀ ਵੀ ਸਤਿਗੁਰਾਂ ਨੇ ਬਣਾਇਆ ਹੈ, ਕਿਉਂਕਿ ਯੁੱਗ ਦੇ ਮੁਤਾਬਕ ਸਮੇਂ ਦੇ ਮੁਤਾਬਕ ਸ਼ਸਤਰ ਪਹਿਨਣਾ, ਸ਼ਸਤਰ ਨੂੰ ਚਲਾਉਣਾ ਹਰ ਸਿੱਖ ਵਾਸਤੇ ਅਤੀ ਜ਼ਰੂਰੀ ਹੋ ਜਾਂਦਾ ਹੈ। ਸ਼ਸਤਰ ਪੂਜਾ ਦੇ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਜਥੇਦਾਰ ਪ੍ਰਤਾਪ ਸਿੰਘ ਜੀ, ਜਿਹੜੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ। ਉੱਥੋਂ ਉਹਨਾਂ ਨੇ ਸਮਾਂ ਕੱਢਿਆ, ਹਾਲਾਂਕਿ ਉਹ ਤਖਤ ਸਾਹਿਬ ਦੇ ਉੱਤੇ ਪੁਰਬ ਸ਼ੁਰੂ ਹੋ ਚੁੱਕੇ ਹਨ, ਉਹਨਾਂ ਨੇ ਉੱਥੇ ਹਾਜ਼ਰੀ ਭਰਨੀ ਸੀ। ਸੋ ਫਿਰ ਵੀ ਉਹਨਾਂ ਦੇ ਇਹ ਜੋ ਉਹਨਾਂ ਨੇ ਇੱਕ ਕਿਸਮ ਦੀ ਭੂਮਿਕਾ ਔਰ ਇਹਦੇ ਮਕਸਦ ਦੱਸਿਆ ਹੈ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਹੁਣ ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਤੇ ਉਹਦੇ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਹਜ਼ੂਰ ਸਾਹਿਬ ਤੋਂ ਜਥੇਦਾਰ ਪ੍ਰਤਾਪ ਸਿੰਘ ਜੀ ਨੇ ਆਪ ਨੂੰ ਦੱਸਿਆ ਕਿ ਉਹ ਇਸ ਸਮਾਗਮ ਦੀ ਕੀ ਮਹੱਤਤਾ ਹੈ। ਇੱਕ ਹੋਰ ਪਰੰਪਰਾ ਜਿਹੜੀ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ, ਉਹ ਹੈ ਜਿਸ ਦਿਨ ਦੁਸਹਿਰਾ ਹੁੰਦਾ ਹੈ ਉਸ ਦਿਨ ਮਹੱਲਾ ਕੱਢਿਆ ਜਾਂਦਾ ਹੈ। ਉਹ ਇੱਕ ਕਮਾਲ ਦੀ ਚੀਜ਼ ਹੈ ਕਿ ਉਸ ਦਿਨ ਹਰ ਛੋਟਾ ਵੱਡਾ, ਭਾਵੇਂ ਬਿਰਧ ਹੈ, ਬਾਲਕ ਹੈ, ਕੋਈ ਵੀ ਹੈ, ਕਿਸੇ ਵੀ ਉਮਰ ਦਾ, ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ। ਪਰ ਹਰ ਇੱਕ ਦੇ ਹੱਥ ਵਿੱਚ ਕੋਈ ਨਾ ਕੋਈ ਹਥਿਆਰ, ਕੋਈ ਨਾ ਕੋਈ ਸ਼ਸਤਰ, ਭਾਵੇਂ ਸੋਟਾ ਹੋਏ, ਡਾਂਗ ਹੋਏ, ਡੰਡਾ ਹੋਏ, ਕਿਰਪਾਨ ਹੋਏ, ਬੰਦੂਕ ਹੋਏ, ਉਹ ਲੈ ਕੇ ਆਉਂਦੇ ਹਨ। ਇਹ ਜਿਹੜੀ ਚੀਜ਼ ਬੜੀ ਇੱਕ ਪਰੰਪਰਾ ਨੂੰ ਕਾਇਮ ਰੱਖਿਆ ਹੋਇਆ ਹੈ ਉੱਥੇ ਜਿਹੜਾ ਹਜ਼ੂਰ ਸਾਹਿਬ ਦੇ ਵਿੱਚ, ਇਹ ਬਹੁਤ ਇੱਕ ਕਮਾਲ ਦੀ ਚੀਜ਼ ਹੈ। ਸੋ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਸਾਡੇ ਨਾਲ ਇੱਕ ਦਰਵੇਸ਼ ਫਿਲਾਸਫਰ, ਜਿਹੜੇ ਕਿ ਇਤਿਹਾਸ, ਗੁਰਬਾਣੀ ਦੀਆਂ ਡੂੰਘੀਆਂ ਰਮਜ਼ਾਂ ਨੂੰ ਬਹੁਤ ਹੀ ਸੁਖੈਨ ਔਰ ਆਸਾਨ ਲਫ਼ਜ਼ਾਂ ਦੇ ਵਿੱਚ ਨਾ ਕੇਵਲ ਇਸ ਸਿੱਖ ਇਤਿਹਾਸ ਬਲਕਿ ਬੁੱਧਿਜ਼ਮ ਦੇ ਉੱਤੇ ਜਿਨ੍ਹਾਂ ਦੀ ਬੜੀ ਮਹਾਰਤ, ਔਰ ਇਸਲਾਮ ਦੇ ਬਾਰੇ ਵੀ ਉਹ
ਇੱਕ ਐਸੇ ਫਿਲਾਸਫਰ ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ ਸਾਡੇ ਨਾਲ ਲਾਈਨ ਤੇ ਜੁੜੇ ਹਨ। ਸਾਨੂੰ ਬਹੁਤ ਖੁਸ਼ੀ ਹੈ। ਡਾਕਟਰ ਸਾਹਿਬ, ਗੈਟ ਪੰਜਾਬੀ ਦੇ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਮੇਰੀ ਸਰੋਤਿਆਂ ਨੂੰ ਫਤਿਹ ਜੀ, ਮਹਾਰਾਜ ਕਬੂਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਚੰਡੀ ਦੀ ਵਾਰ ਸ੍ਰੀ ਭਗਉਤੀ ਜੀ ਕੀ, ਇਹ ਬਾਣੀ ਰਚਣ ਦਾ ਮਨੋਰਥ ਕੀ ਸੀ ਗੁਰੂ ਸਾਹਿਬ ਦਾ? ਕਿਉਂ ਰਚੀ ਗਈ? ਇਸ ਦੀ ਕੀ ਮਹੱਤਤਾ ਹੈ? ਕਿਉਂਕਿ ਤੁਹਾਡਾ ਵਿਸ਼ਾ ਹੈ, ਔਰ ਜੇ ਸਾਡੇ ਦਰਸ਼ਕਾਂ ਨੂੰ ਅਗਰ ਆਪ ਜੀ ਇਸ ਤੋਂ ਜਾਣੂ ਕਰਵਾ ਸਕੋ। ਦੇਖੋ, ਹਿੰਦੁਸਤਾਨੀ ਸਮਾਜ ਵਰਨ ਵਿਵਸਥਾ 'ਚ ਵੰਡਿਆ ਹੋਇਆ ਸੀ। ਵਰਨਾਂ ਤੋਂ ਅੱਗੇ ਫਿਰ ਔਰਤ ਨਖਿੱਧ ਹੈ, ਔਰਤ ਕਮਜ਼ੋਰ ਹੈ, ਔਰਤ ਅਬਲ ਹੈ, ਕੁਛ ਇਸ ਤਰ੍ਹਾਂ ਦਾ ਇੰਪ੍ਰੈਸ਼ਨ ਸਾਰੇ ਹਿੰਦੁਸਤਾਨੀ ਸਾਹਿਤ 'ਚ ਆਪਾਂ ਨੂੰ ਮਿਲਦਾ ਹੈ। ਔਰਤ, ਰੱਖੜੀ ਦਾ ਤਿਉਹਾਰ, ਔਰਤ ਦੀ ਰਾਖੀ ਕੋਈ ਮਰਦ ਕਰੇਗਾ। ਮਹਾਰਾਜ ਇਹਨਾਂ ਗੱਲਾਂ ਤੋਂ ਸਾਨੂੰ ਮੁਕਤ ਕਰਨਾ ਚਾਹੁੰਦੇ ਸਨ। ਉਹਨਾਂ ਦਾ ਫੈਸਲਾ ਸੀ ਕਿ ਆਪਾਂ ਇੱਕ ਵਾਰ ਰਚੀਏ ਜਿਹਦੇ 'ਚ ਦੈਂਤਾਂ ਦਾ ਤੇ ਦੇਵਤਿਆਂ ਦਾ ਯੁੱਧ ਹੋਏ, ਉਹਦੇ 'ਚ ਔਰਤ ਫਤਿਹਯਾਬ ਹੁੰਦੀ ਦਿਖਾਈਏ ਆਪਾਂ। ਹੁਣ ਇਹ ਦੇਖੋ ਕਿ ਚੰਡੀ ਦੀ ਵਾਰ ਹੈ ਜਿਹੜੀ ਨਾ ਜੀ, ਪਿਆਰੇ ਸਰੋਤਿਓ, ਚੰਡੀ ਦੀ ਵਾਰ 'ਚ ਦੁਰਗਾ ਹੀਰੋਇਨ ਨਹੀਂ ਹੈ, ਹੀਰੋ ਹੈ ਜੀ। ਮਤਲਬ ਹੀਰੋਇਨ ਤਾਂ ਹੀਰੋ ਦਾ ਇੱਕ ਪਾਰਟ ਹੁੰਦਾ ਨਾ ਫਿਲਮ 'ਚ ਜਾਂ ਨਾਟਕ 'ਚ। ਇੱਥੇ ਕੇਂਦਰ ਮਾਤਾ ਦੁਰਗਾ ਜੀ ਨੇ। ਇੰਦਰ, ਮਹਿਖਾਸੁਰ, ਬਾਕੀ ਦੇ ਦੈਂਤ ਨੇ, ਦੇਵਤੇ ਨੇ, ਉਹ ਪ੍ਰਕਰਮਾਂ 'ਚ ਨੇ। ਕੇਂਦਰ 'ਚ ਮਾਤਾ ਦੁਰਗਾ ਜੀ ਨੇ। ਮੈਂ ਇਸ ਬਾਣੀ ਦਾ ਪਾਠ ਕਰਦਿਆਂ ਅਕਸਰ ਸੋਚਦਾ ਵੀ ਕਾਰਨ ਕੀ ਸੀ ਕਿ ਮਹਾਰਾਜ ਨੇ ਦੁਰਗਾ ਜੀ ਨੂੰ ਏਡਾ ਸ਼੍ਰੋਮਣੀ ਦਰਜਾ ਕਿਉਂ ਦਿੱਤਾ, ਦੁਰਗਾ ਤੇ ਵਾਰ ਕਿਉਂ ਰਚੀ? ਵੈਦਿਕ ਪਰੰਪਰਾ 'ਚ ਔਰਤਾਂ ਸਾਡੀਆਂ ਸਤਿਕਾਰਯੋਗ ਮਾਈਆਂ ਕਈ ਹੋਈਆਂ। ਪਾਰਵਤੀ, ਸੀਤਾ ਜੀ। ਹੁਣ ਇਹ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਸਤਿਕਾਰਯੋਗ ਨੇ, ਲੇਕਿਨ ਉਹ ਔਰਤਾਂ ਆਪਣੇ ਪਰਿਵਾਰ ਦੇ ਵਿੱਚ ਸਤਿਕਾਰਯੋਗ ਨੇ, ਆਪਣੇ ਗ੍ਰਸਥ ਧਰਮ ਦੇ ਵਿੱਚ ਸਤਿਕਾਰਯੋਗ ਨੇ। ਪਰਉਪਕਾਰ ਕਰਨ ਵਾਸਤੇ ਹੱਥ 'ਚ ਤੇਗ ਫੜ ਕੇ ਕਿਸੇ ਮਜ਼ਲੂਮ ਦੀ, ਹਾਰੇ ਹੋਏ ਦੀ ਰਾਖੀ ਕਰਨੀ ਤੇ ਉਹਨੂੰ ਉਹਦਾ ਹੱਕ ਦਿਵਾਉਣਾ, ਇਹ ਕੇਵਲ ਮਾਤਾ ਦੁਰਗਾ ਜੀ ਦੇ ਹਿੱਸੇ ਆਇਆ। ਹੁਣ ਜਰਾ ਬੈਕਗਰਾਉਂਡ ਦੇਖੋ ਕਿ ਮਾਤਾ ਜੀ ਜੰਗਲ 'ਚ ਬੰਦਗੀ ਕਰ ਰਹੇ ਨੇ, ਸੰਸਾਰ 'ਚੋਂ ਨਿਰਲੇਪ ਨੇ। ਇੰਦਰ ਇਹ ਸੰਸਾਰ ਹਾਰ ਗਿਆ, ਉੱਪਰਲਾ ਦੇਵੀ ਸੰਸਾਰ ਹਾਰ ਗਿਆ। ਹਾਰਨ ਤੋਂ ਬਾਅਦ ਉਹ ਬੇਨਤੀ ਕਰਨ ਆਉਂਦੇ ਕਿ ਮੇਰੀ ਰੱਖਿਆ ਕਰੋ। ਮਤਲਬ ਬੇਨਤੀ ਵੀ ਉਹ ਰੋ ਰੋ ਕੇ ਕਰਦਾ। ਬੈਣ ਸੁਣੰਦੀ ਦੁਰਗਾ ਹੱਸੀ ਹੜ ਹੜਾਏ, ਉਹੀ ਸੀ ਮੰਗਾਇਆ ਰਾਖਸ਼ ਭਖਣਾ। ਯਾਨੀ ਵਿਰਲਾਪ ਸੁਣ ਕੇ ਹੱਸ ਪਈ ਕਿ ਚਲੋ ਕੋਈ ਨੀ, ਤੁਹਾਡੀ ਮਦਦ ਕਰਦੇ ਆ। ਹੁਣ ਦੇਖੋ, ਆਪਾਂ ਦੁਨੀਆਦਾਰੀ ਦੇ ਪੱਖ ਤੋਂ ਦੇਖੀਏ, ਸਿਆਸਤ ਦੇ ਪੱਖ ਤੋਂ ਦੇਖੀਏ ਕਿ ਇੰਦਰ ਹਾਰਿਆ ਹੋਇਆ ਦੇਵਤਾ ਚਰਨੀ ਲੱਗਦਾ, ਬੇਨਤੀ ਕਬੂਲ ਹੁੰਦੀ ਹੈ। ਦੈਂਤਾਂ ਵਿਰੁੱਧ ਯੁੱਧ ਸ਼ੁਰੂ ਹੁੰਦਾ। ਫਿਰ ਜਿਹਾ ਜਿਹਾ ਯੁੱਧ ਦਾ ਵਰਣਨ ਮਹਾਰਾਜ ਦਸਮ ਪਾਤਸ਼ਾਹ ਕਰਦੇ ਨੇ, ਮੈਂ ਸੰਸਾਰ ਸਾਹਿਬ ਦਾ ਵਿਦਿਆਰਥੀ ਹਾਂ ਜੀ, ਇਸ ਤਰ੍ਹਾਂ ਦਾ ਯੁੱਧ ਵਰਣਨ ਮੈਨੂੰ ਕਿਤੇ ਮਿਲਿਆ ਨਹੀਂ ਹੈ ਜੀ ਹੋਰ ਥਾਂ ਤੇ। ਯੁੱਧ ਹੋ ਰਿਹਾ ਹੈ, ਧਰਤੀ ਖੂਨ ਨਾਲ ਰੰਗੀ ਜਾ ਰਹੀ ਹੈ। ਆਖਰ ਚ ਰਿਜ਼ਲਟ ਆਪਾਂ ਨੂੰ ਪਤਾ ਹੀ ਹੈ ਕਿ ਰਾਖਸ਼ ਹਾਰੇ, ਦੁਰਗਾ ਮਾਤਾ ਦੀ ਜਿੱਤ ਹੋਈ। ਇੰਦਰ ਨੂੰ ਸਿੰਘਾਸਨ ਤੇ ਬਿਠਾ ਕੇ ਉਹ ਫਿਰ ਬੰਦਗੀ ਕਰਨ ਚਲੀ ਗਈ। ਹੁਣ ਇੱਥੇ ਰਿਜ਼ਲਟ ਕੀ ਹੋ ਸਕਦਾ ਸੀ? ਮਤਲਬ ਮਾਡਰਨ ਪੋਲਿਟਿਕਸ 'ਚ ਕਿ ਇੰਦਰ ਹਾਰ ਚੁੱਕਿਆ, ਦੁਸ਼ਮਣਾਂ ਨੂੰ ਯਾਨੀ ਕਿ ਦੈਂਤਾਂ ਨੂੰ ਦੁਰਗਾ ਮਾਤਾ ਜੀ ਨੇ ਹਰਾ ਦਿੱਤਾ। ਹੁਣ ਇਹ ਸੰਸਾਰ ਤੇ ਸਵਰਗ ਲੋਕ ਤੇ ਦੋਹਾਂ ਜਹਾਨਾਂ 'ਚ ਜੇ ਚਾਹੁੰਦੀ ਤਾਂ ਦੁਰਗਾ ਮਾਤਾ ਰਾਜ ਕਰ ਸਕਦੀ ਸੀ। ਸਾਫ਼ ਹੈ ਨਾ ਮੈਦਾਨ। ਇਉਂ ਨਹੀਂ ਹੋਇਆ, ਲੇਕਿਨ ਹੋਇਆ ਕਿ
ਕਿ ਜਿਹੜਾ ਸ਼ਰਨ ਆਇਆ ਸੀ ਉਹਨੂੰ ਉਹਦਾ ਰਾਜ, ਉਹਦਾ ਤਾਜ, ਉਹਦਾ ਸਿੰਘਾਸਨ ਸੌਂਪ ਕੇ ਮਾਤਾ ਜੀ ਫੇਰ ਜੰਗਲ 'ਚ ਬੰਦਗੀ ਕਰਨ ਚਲੇ ਗਏ ਜੀ। ਇਹ ਪ੍ਰੇਰਨਾ ਸਰੋਤ ਨੇ ਔਰਤ ਜਾਤੀ ਵਾਸਤੇ ਵੀ, ਮਰਦ ਜਾਤੀ ਵਾਸਤੇ ਵੀ। ਮਹਾਰਾਜ ਨੇ ਇਸ ਕਰਕੇ ਦੁਰਗਾ ਨੂੰ ਚੁਣਿਆ ਬਤੌਰ ਸ਼੍ਰੋਮਣੀ ਨਾਇਕ ਦੇ ਚੰਡੀ ਦੀ ਵਾਰ 'ਚ ਕਿ ਜਦੋਂ ਕੋਈ ਸ਼ਰਨ ਆਏ ਉਹਦੀ ਇੱਜ਼ਤ ਰੱਖੀ ਜਿਵੇਂ ਨਵੇਂ ਪਾਤਸ਼ਾਹ ਨੇ ਰੱਖੀ ਸੀ ਜੀ ਜੀ। ਹੁਣ ਮੈਨੂੰ ਇਹ ਲੱਗਦਾ ਹੈ ਕਿ ਮਾਤਾ ਭਾਗੋ ਜੀ ਦੇ ਪ੍ਰੇਰਨਾ ਸਰੋਤ, ਰੋਲ ਮਾਡਲ ਦੁਰਗਾ ਬਣਦੇ ਨੇ ਜੀ ਜੀ। ਔਰਤ ਜਾਤ ਮਰਦਾਂ ਨੂੰ ਆਪਣੀ ਉਂਗਲ ਫੜਾ ਕੇ ਯੁੱਧ ਦੇ ਮੈਦਾਨ 'ਚ ਲਿਜਾ ਸਕਦੀਆਂ ਨੇ। ਇਹ ਆਪਾਂ ਨੂੰ ਇਸ ਨਾਇਕਾ 'ਚ ਮਿਲਦਾ, ਇਸ ਹੀਰੋ 'ਚ ਮਿਲਦਾ ਜੀ ਜੀ ਜੀ। ਮੈਂ ਇਹ ਸਮਝਦਾ ਕਿ ਮਨੁੱਖ ਜਾਤੀ ਦਾ ਅੱਧਾ ਹਿੱਸਾ ਸੀ ਜਿਹੜਾ ਆਪਣੇ ਆਪ ਨੂੰ ਨਿਰਬਲ ਸਮਝਦਾ ਸੀ। ਮਹਾਰਾਜ ਇਹ ਸਮਝਾਉਣਾ ਚਾਹੁੰਦੇ ਨੇ ਕਿ ਬਿਲਕੁਲ ਨਹੀਂ ਜੀ ਜੀ। ਮਿਹਨਤਾਂ ਨੂੰ ਮਾਰ ਕੇ ਦੇਵਤਿਆਂ, ਹਾਰੇ ਹੋਏ ਦੇਵਤਿਆਂ ਨੂੰ ਰਾਜ ਸਿੰਘਾਸਨ ਤੇ ਬਿਠਾ ਸਕਦੇ ਹੋ ਤੁਸੀਂ, ਕਿਉਂਕਿ ਤੁਸੀਂ ਮੇਰੀਆਂ ਧੀਆਂ ਹੋ ਜੀ ਜੀ ਜੀ। ਇਹ ਪਰਪਸ ਮੈਨੂੰ ਲੱਗਦਾ ਹੈ ਕੇਂਦਰੀ ਇਸ ਵਾਰ ਰਚਨਾ ਦਾ ਇਹ ਹੈ ਜੀ। ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਇਹਦੇ ਵਿੱਚ, ਜੋ ਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਔਰ ਅਥਾਹ ਹੈ ਔਰ ਸਾਹਿਤਕ ਤੌਰ ਦੇ ਉੱਤੇ ਵੀ ਉਹਨਾਂ ਨੇ ਇੱਕ ਇੱਕ ਲਫ਼ਜ਼ ਨੂੰ ਕਈ ਅਰਥਾਂ ਦੇ ਵਿੱਚ ਵਰਤਿਆ, ਪਰ ਇੱਥੇ ਵੀ ਜਿਸ ਤਰ੍ਹਾਂ ਹੁਣ ਲਈ ਭਗਉਤੀ ਦੁਰਗ ਸ਼ਾਹ ਵਰ ਜਾਗਰ ਭਾਰੀ ਮਾਰੀ ਰਾਜੇ ਸ਼ੁੰਭ ਨੂੰ ਰਤ ਪੀਏ ਪਿਆਰੀ, ਪਰ ਇਸ ਦੇ ਬਾਵਜੂਦ ਫਿਰ ਉਹ ਮਤਲਬ ਦੁਰਗਾ ਦੀ ਉਸਤਤ ਹੈ, ਸਤੁਤੀ ਫਿਰ ਅਕਾਲ ਪੁਰਖ ਦੀ ਹੈ ਕਿ ਤੈਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਮਗਰ ਉਸਤਤ ਜਿਹੜੀ ਸਤੁਤੀ ਅਕਾਲ ਪੁਰਖ ਦੀ ਕਰਦਿਆਂ ਹੋਇਆਂ ਇਹਨਾਂ ਯੋਧਿਆਂ ਦੀ, ਇਹਨਾਂ ਕਿਰਦਾਰਾਂ ਦਾ ਗੁਰੂ ਸਾਹਿਬ ਨੇ ਉਸਤਤ ਕੀਤੀ ਹੈ। ਫਿਰ ਭੁਲੇਖਾ ਕਿਉਂ ਪੈ ਜਾਂਦਾ ਹੈ ਕਿ ਇਹਦਾ ਅਰਥ ਭਗਉਤੀ ਦਾ ਕੀ ਹੈ ਜਾਂ ਨਹੀਂ ਹੈ? ਇਹ ਭੁਲੇਖਾ ਕਿਉਂ ਪੈਂਦਾ? ਦੇਖੋ ਤੁਸੀਂ, ਕਮਾਲ ਇਹ ਕਿ ਸਾਡੇ ਕੁਝ ਅਣਜਾਣ ਭਰਾ ਇਹ ਕਹਿੰਦੇ ਨੇ ਕਿ ਸਾਡੀ ਅਰਦਾਸ ਵਾਰ ਸ੍ਰੀ ਭਗਉਤੀ ਜੀ ਕੀ ਇੱਥੋਂ ਸ਼ੁਰੂ ਹੁੰਦੀ ਹੈ ਜੀ। ਨਹੀਂ ਹੁੰਦੀ। ਇੱਥੋਂ ਆਪਣੀ ਅਰਦਾਸ ਦੀ ਸ਼ੁਰੂਆਤ ਹੁੰਦੀ ਹੈ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਇ। ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਹੁੰਦੀ ਹੈ ਜੀ 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 ਜੀ। ਇਹ ਪ੍ਰਚਾਰ ਕਰ ਰਹੇ ਨੇ ਕਿ ਇਹ ਚੰਡੀ ਦੀ ਵਾਰ ਤੋਂ ਸ਼ੁਰੂ ਹੁੰਦੀ ਹੈ ਜੀ, ਚੰਡੀ ਦੀ ਉਸਤਤ ਤੋਂ ਸ਼ੁਰੂ ਹੁੰਦੀ ਹੈ ਜੀ। ਪ੍ਰਥਮ ਭਗਉਤੀ ਸਿਮਰ ਕੇ ਉਹ ਭਗਉਤੀ ਦੀ ਵਾਰ ਲਿਖ ਰਹੇ ਨੇ, ਉਹਦੇ ਤੋਂ ਪਹਿਲਾਂ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਤੇ ਜਿਸ ਨਾਇਕ ਦੀ ਜਾਂ ਨਾਇਕਾ ਦੀ ਉਸਤਤ ਕਰਨੀ ਹੈ ਉਹਦਾ ਜ਼ਿਕਰ ਤਾਂ ਫਿਰ ਪਹਿਲਾਂ ਆਏਗਾ ਹੀ ਆਏਗਾ ਜੀ 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 ਜੀ। ਲੇਕਿਨ ਪਹਿਲਾਂ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਜੀ। ਇਹਦੇ ਚ ਹੁਣ ਜਾਣ ਬੁੱਝ ਕੇ ਗਲਤੀ ਕਰਨ ਜਾਂ ਜਾਣ ਬੁੱਝ ਕੇ ਨਿੰਦਿਆ ਪਾਠ ਕਰਨ, ਇਹ ਤਾਂ ਉਹਨਾਂ ਦੀ ਮਰਜ਼ੀ। ਲੇਕਿਨ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਵੀ, ਦਸਮ ਗ੍ਰੰਥ ਵੀ, ਹਰੇਕ ਬਾਣੀ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਹੁੰਦੀ ਹੈ ਜੀ ਜੀ। ਤੇ ਡਾਕਟਰ ਸਾਹਿਬ ਜਿਹੜੀ ਕੀ ਇੱਕੋ ਇੱਕ ਇਹੀ ਵਾਰ ਹੈ ਜਿਹੜੀ ਵਾਰ ਭਗਉਤੀ ਜੀ ਕੀ ਜਿਹੜੀ ਗੁਰੂ ਸਾਹਿਬ ਨੇ ਪੰਜਾਬੀ ਦੇ ਵਿੱਚ ਲਿਖੀ ਹੈ, ਜਾਂ ਹੋਰ ਵੀ ਪੰਜਾਬੀ ਵਿੱਚ? ਕਿਉਂਕਿ ਬ੍ਰਜ ਵਿੱਚ, ਸੰਸਕ੍ਰਿਤ ਵਿੱਚ, ਫਾਰਸੀ ਵਿੱਚ ਬਹੁਤ ਕੁਝ ਸਾਹਿਤ ਦੀ ਰਚਨਾ ਕੀਤੀ, ਪਰ ਨਿਰੋਲ ਪੰਜਾਬੀ ਦੇ ਵਿੱਚ ਕੀ ਕੇਵਲ ਇਹੀ ਇੱਕ ਰਚਨਾ ਹੈ ਜਾਂ ਹੋਰ ਵੀ ਗੁਰੂ ਸਾਹਿਬ ਨੇ ਕੋਈ ਬਾਣੀ ਰਚੀ? ਨਾ ਜੀ, ਪੰਜਾਬੀ ਦੇ ਵਿੱਚ, ਕੁੱਲ ਪੰਜਾਬੀ ਸਾਹਿਤ ਦੇ ਵਿੱਚ ਪਹਿਲੀ ਰਚਨਾ ਇਹ ਹੈ ਜਿਹਦੇ ਵਿੱਚ ਔਰਤ ਇੱਕ ਨਾਇਕ ਦੀ ਭੂਮਿਕਾ ਨਿਭਾਉਂਦੀ ਹੈ ਜੀ। ਪਹਿਲੀ ਹੈ ਜੀ। ਪੰਜਾਬੀ ਚ ਬਾਅਦ ਦੇ ਵਿੱਚ ਬੀਬੀ ਸਾਹਿਬ ਕੌਰ ਜੀ, ਪਟਿਆਲੇ ਦੀ ਮਹਾਰਾਣੀ ਸੀ ਜੀ ਜੀ ਜੀ। ਅੰਤਾ ਰਾਓ ਨਾਲ ਟੱਕਰ ਲਈ ਸੀ ਉਹਨੇ ਜੀ, ਯੁੱਧ ਕੀਤਾ ਸੀ ਬੜਾ ਖਤਰਨਾਕ, ਤੇ ਅੰਤਾ ਰਾਓ ਨੂੰ ਭਜਾਤਾ ਸੀ ਉਹਨੇ ਜੀ 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 ਜੀ। ਇਸ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਹੋਈਆਂ ਨੇ, ਲੇਕਿਨ ਪੰਜਾਬੀ ਜਗਤ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਇਹ ਪਹਿਲੀ ਰਚਨਾ ਹੈ ਜਿਹੜੀ ਇੱਕ ਔਰਤ ਦੀ ਸਿਫਤ ਸਲਾਹ ਕਰਦੀ ਜੀ 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 ਜੀ। ਔਰ ਇਹਦੇ ਵਿੱਚ ਗੁਰੂ ਸਾਹਿਬ ਨੇ ਸਿਮਲੀਜ਼ ਵੀ ਔਰ ਜਿਹੜੇ ਹਵਾਲੇ ਵੀ ਜਿਹੜੇ ਦਿੱਤੇ ਹੈਗੇ ਹੈ, ਉਹ ਬਹੁਤ ਹੀ ਸਾਹਿਤਕ ਅਲੰਕਾਰ ਜਿਹੜੇ ਵਰਤੇ ਹੈ, ਉਹ ਵੀ ਬੜੇ ਵਿਲੱਖਣ ਵਰਤੇ ਹੈ ਗੁਰੂ ਸਾਹਿਬ ਨੇ। ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਸਾਰੇ ਦਸਮ ਗ੍ਰੰਥ ਚ ਜਿੱਥੇ ਕਿਤੇ ਯੁੱਧ ਵਰਣਨ ਛਿੜਦਾ ਹੈ ਨਾ, ਹੁਣ ਦਸਮ ਪਾਤਸ਼ਾਹ ਦਾ ਜਿਹੜਾ ਖੇਤਰ ਹੈ ਉਹ ਧਰਮ ਖੇਤਰ ਦੇ ਨਾਲ ਨਾਲ ਕਰਮ ਖੇਤਰ ਹੈ ਜੀ। ਕਰਮ ਖੇਤਰ ਯੁੱਧ ਹੈ ਜੀ। ਬਾਬਾ ਬੰਦਾ ਸਿੰਘ ਜੀ ਧਰਮ ਖੇਤਰ ਤਾਂ ਪਾਸ ਕਰ ਚੁੱਕੇ ਸੀ ਜੀ। ਉਹ ਬਾਬਾ ਬੰਦਾ ਸਿੰਘ ਜੀ ਨੂੰ ਉਹਨਾਂ ਨੇ
ਧਰਮ ਖੇਤਰ ਚੋਂ ਫਿਰ ਉਹ ਜਿਹੜੀ ਕੀਤੀ ਕਮਾਈ ਸੀ ਕਰਮ ਖੇਤਰ 'ਚ ਲੈ ਕੇ ਆਉਣਾ ਸੀ। ਜੀ ਜੀ ਜੀ। ਇਸੇ ਤਰ੍ਹਾਂ ਔਰਤਾਂ ਆਪਣੇ ਘਰਾਂ 'ਚ ਚੰਗੀਆਂ ਨੇ, ਨੇਕ ਰਹਿਣ, ਇਹ ਮਨਸ਼ਾ ਸੀ। ਲੇਕਿਨ ਕਰਮ ਖੇਤਰ 'ਚ, ਯੁੱਧ ਖੇਤਰ ਦੇ ਵਿੱਚ ਵੀ ਉਹ ਮਰਦਾਂ ਤੋਂ ਪਿੱਛੇ ਨਹੀਂ ਹਨ। ਮਹਾਰਾਜ ਨੇ ਪ੍ਰੇਰਨਾ ਦੇਣੀ ਜੀ। ਡਾਕਟਰ ਸਾਹਿਬ, ਅਖੀਰ ਵਿੱਚ ਸਿਰਫ ਇਹ ਹੈ, ਕਿਉਂਕਿ ਇਹ ਬਾਣੀ ਜਿਹੜੀ ਹੈ ਹਾਲਾਂਕਿ ਨਿਰੋਲ ਪੰਜਾਬੀ ਵਿੱਚ ਹੈ, ਸਮਝ ਆਉਣ ਵਾਲੀ ਹੈ ਔਰ ਇਹਦੇ ਵਿੱਚ ਕੋਈ ਦੁਬਦਾ ਵੀ ਨਹੀਂ, ਪਰ ਕੀ ਕਾਰਨ ਹੈ ਕਿ ਇਹਨਾਂ ਨੂੰ ਕੇਵਲ ਯੋਧਿਆਂ ਨੇ, ਜਿਵੇਂ ਨਿਹੰਗ ਸਿੰਘ ਔਰ ਹਜ਼ੂਰ ਸਾਹਿਬ ਦੇ ਵਿੱਚ, ਉਹਨਾਂ ਨੇ ਇਸ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ, ਪਰ ਆਮ ਸਿੱਖ ਇਸ ਬਾਣੀ ਦੇ ਪ੍ਰਤੀ ਅਵੇਸਲੇ ਕਿਉਂ ਰਹਿ ਗਏ? ਦੇਖੋ ਜੀ, ਯੋਧਿਆਂ ਦੀ ਉਸਤਤ, ਯੋਧਿਆਂ ਨੂੰ ਯਾਦ ਯੋਧੇ ਹੀ ਰੱਖਣਗੇ ਜੀ। ਬੁਜ਼ਦਿਲ ਕਿਉਂ? ਬੁਜ਼ਦਿਲ ਤਾਂ ਕਰਦ ਵੀ ਨਹੀਂ ਹੱਥ 'ਚ ਫੜਦਾ ਜੀ, ਚਾਕੂ ਨਹੀਂ ਫੜਦਾ। ਇਹ ਕਰਮ ਯੋਗੀਆਂ ਦਾ ਕੰਮ ਹੈ ਜੀ। ਇਹਨਾਂ ਵੱਡਿਆਂ ਦੀ ਉਸਤਤ ਕਰਨਾ। ਚਲੀਸਾ ਕੱਟਦੇ ਨੇ ਜੀ ਨਿਹੰਗ ਸਿੰਘ ਕਈ, ਜੀ ਜੀ ਜੀ, ਚੰਡੀ ਦੀ ਵਾਰ ਦਾ। ਜੀ ਜੀ ਜੀ। ਉਹ ਵੀਰ ਰਸ ਪੈਦਾ ਕਰਨ ਵਾਲੀ ਰਚਨਾ ਹੈ, ਅਦੁੱਤੀ ਰਚਨਾ ਹੈ, ਜਿਹਦੇ ਤੋਂ ਸਾਨੂੰ ਆਪਣੇ ਫਰਜ਼ਾਂ ਨੂੰ ਪਹਿਚਾਨਣ ਦਾ ਅਹਿਸਾਸ ਹੁੰਦਾ ਹੈ ਤੇ ਫਰਜ਼ ਪਹਿਚਾਨ ਕੇ ਆਪਣੇ ਹੱਥ 'ਚ ਖੰਡਾ ਫੜਨਾ, ਕਿਰਪਾਨ ਫੜਨ ਦਾ ਬਲ ਪੈਦਾ ਹੁੰਦਾ ਹੈ, ਵੀਰਤਾ ਪੈਦਾ। ਜੀ ਜੀ। ਡਾਕਟਰ ਸਾਹਿਬ, ਮੈਂ ਅਖੀਰ 'ਚ ਇੱਕ ਕੋਈ ਸੱਜਣ ਮਿਲਿਆ, ਕਹਿੰਦਾ ਜੀ ਮੈਂ ਤਾਂ ਨਹੀਂ ਪੜ੍ਹਦਾ, ਮੈਨੂੰ ਕਿਸੇ ਨੇ ਕਿਹਾ ਇਹਦੇ ਨਾਲ ਘਰ 'ਚ ਲੜਾਈ ਸ਼ੁਰੂ ਹੋ ਜਾਂਦੀ। ਆਹੋ ਜੀ, ਘਰ 'ਚ ਲੜਾਈ। ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਪਾਠ ਨਹੀਂ ਹੁੰਦਾ, ਉਹਨਾਂ ਦੇ ਘਰਾਂ 'ਚ ਲੜਾਈ ਜ਼ਿਆਦਾ ਹੁੰਦੀ ਹੈ। ਜੀ 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 ਜੀ। ਤੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਆਸ ਹੈ ਫਿਰ ਵੀ ਕਦੇ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਗਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਮਹਾਰਾਜ ਜੀ। ਸੋ ਪਿਆਰੇ ਦਰਸ਼ਕੋ, ਇਹ ਸਨ ਡਾਕਟਰ ਹਰਪਾਲ ਸਿੰਘ ਜੀ ਪੰਨੂ, ਪ੍ਰੋਫੈਸਰ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਨ੍ਹਾਂ ਨੇ ਬਹੁਤ ਸੰਖੇਪ ਦੇ ਵਿੱਚ ਪਰ ਮੁਕਤਸਰ ਗੁਰੂ ਸਾਹਿਬ ਦੀ ਉਸ ਪਾਵਨ ਰਚਨਾ ਦੇ ਬਾਰੇ ਤੁਹਾਨੂੰ ਜਾਣੂ ਕਰਾਇਆ। ਅਸੀਂ ਹੁਣ ਇੱਕ ਵਕਫਾ ਲਵਾਂਗੇ ਔਰ ਉਸ ਤੋਂ ਬਾਅਦ ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਫੋਨ ਦੇ ਉੱਤੇ 516 825 0006 ਤੁਹਾਡੇ ਕਾਲਸ ਦਾ ਇੰਤਜ਼ਾਰ ਹੋਏਗਾ ਔਰ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਤਾਂ ਕਿ ਇਹਨਾਂ ਦੇ ਵਿੱਚ ਅਸੀਂ ਵਾਧਾ ਕਰ ਸਕੀਏ। ਸੋ ਜ਼ਰੂਰਤ ਹੈ ਇੱਕ ਵਕਫੇ ਦੀ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ, ਫਿਰ ਤੁਹਾਡੀਆਂ ਕਾਲਸ ਲਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਮਹਾਨ ਅਦੁੱਤੀ ਰਚਨਾ, ਜਿਸ ਨੇ ਇਤਿਹਾਸ ਦੀ ਨੁਹਾਰ ਬਦਲ ਦਿੱਤੀ, ਜਿਨ੍ਹਾਂ ਨੇ ਬੁਜ਼ਦਲਾਂ ਦੇ ਅੰਦਰ ਉਹ ਜਜ਼ਬਾ ਭਰਿਆ ਜਿਸ ਨੂੰ ਤਬਦੀਲ ਕਰ ਦਿੱਤੀ, ਉਹਨਾਂ ਦੀ ਕੈਮਿਸਟਰੀ ਚੇਂਜ ਹੋ ਗਈ। ਜਿਵੇਂ ਅੰਮ੍ਰਿਤ ਦੀ ਦਾਤ ਵੇਲੇ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਗੱਲ ਕੀਤੀ, ਸੀਸ ਮੰਗਿਆ, ਉਸ ਵੇਲੇ ਭਾਈ ਦਇਆ ਰਾਮ ਜੀ ਨੇ ਪੁੱਛਿਆ ਸੀ, ਸਤਿਗੁਰੂ ਮੇਰਾ ਸੀਸ ਲੈ ਕੇ ਕੀ ਕਰੋਗੇ? ਹਜ਼ੂਰ ਨੇ ਕਿਹਾ ਸੀ, ਤੇਰੇ ਅੰਦਰ ਜੋ ਮੁਰਦਾ ਦਿਲੀ ਦਾ ਖੂਨ ਭਰ ਗਿਆ, ਉਸ ਨੂੰ ਕੱਢ ਕੇ ਜ਼ਿੰਦਾ ਦਿਲੀ ਦਾ ਖੂਨ ਭਰਨਾ। ਉਹ ਕਹਿਣ ਲੱਗੇ, ਕਾਮ ਹਮਾਰਾ ਤੋਲੋ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾऊं, कैसे दुश्मन से लड़ पाऊं। हजूर ने कहा बस यही तब्दीली करनी है। और उस दे बाद जिहड़ी तब्दीली आई वो की सी? वो कहन लगे, धर लूँगा अब एक एक को शमशीर के आगे, रख दूँगा सीना और जिगर दिल चीर के आगे, ये दुनिया तो झुकी फिरती है तकदीर के आगे, ये तकदीर भी झुक जाएगी मेरे तीर के आगे, ये दो धारा खंडा जो देर से बेकार पड़ा था, सब जंग उतर जाएगा जो इस पे चढ़ा था। ਇਹ ਮਹੱਲੇ ਦੀਆਂ ਉਹ ਤਸਵੀਰਾਂ ਹਨ ਜਿਹੜੀਆਂ ਹਜ਼ੂਰ ਸਾਹਿਬ ਦੇ ਵਿੱਚ ਇਹ ਮਹੱਲਾ ਜਦੋਂ ਕੱਢਿਆ ਜਾਂਦਾ ਹੈ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 516 825 0006 ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਇਸ ਰਚਨਾ ਦੇ ਬਾਰੇ ਗੁਰੂ ਸਾਹਿਬ ਨੇ
ਜਿਹੜੀ ਇਹ ਮਹਾਨ ਰਚਨਾ ਸਾਨੂੰ ਦੇ ਕੇ ਜਿਹੜਾ ਅਰਦਾਸ ਦਾ ਮੁੱਢ ਬਣਿਆ, ਇਸ ਦੀ ਸ਼ੁਰੂਆਤ ਅਰਦਾਸ ਦੀ ਇਸ ਵਾਰ ਸ੍ਰੀ ਭਗਉਤੀ ਜੀ ਕੀ ਤੋਂ ਸ਼ੁਰੂ ਹੁੰਦੀ ਹੈ, ਜਿਸ ਦੇ ਵਿੱਚ ਗੁਰੂ ਸਾਹਿਬ ਨੇ ਆਰੰਭ ਦੇ ਵਿੱਚ ਅਕਾਲ ਪੁਰਖ ਦੀ ਵੰਦਨਾ ਕਰਨ ਦੇ ਬਾਅਦ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇ ਬਾਅਦ ਜਦੋਂ ਵਾਰ ਦੁਰਗਾ ਦੀ ਲਿਖੀ ਹੈ, ਮਗਰ ਉਸ ਦੇ ਵਿੱਚ ਨਾਲ ਸਪਸ਼ਟ ਕਰ ਦਿੱਤਾ ਕਿ ਤੈਂ ਹੀ ਦੁਰਗਾ ਸਾਜ ਕੇ, ਹੇ ਅਕਾਲ ਪੁਰਖ ਤੂੰ ਹੀ ਦੁਰਗਾ ਦੀ ਸਾਜਣਾ ਕੀਤੀ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਇਹ ਜਿਹੜਾ ਇੱਕ ਤਬਦੀਲੀ ਗੁਰੂ ਸਾਹਿਬ ਨੇ ਉਹਨਾਂ ਨਾਇਕਾਂ ਦੀ ਉਸਤਤ ਕੀਤੀ, ਪਰ ਸਤੁਤੀ ਜਿਹੜੀ ਅਕਾਲ ਪੁਰਖ ਦੀ ਕੀਤੀ ਕਿ ਤੈਥੋਂ ਹੀ ਬਲ ਰਾਮ ਲੈ। ਇਹਦਾ ਮਤਲਬ ਕਰਨ ਔਰ ਕਾਰਨ ਅਕਾਲ ਪੁਰਖ ਹੈ, ਬਾਕੀ ਸਾਰੇ ਸਾਧਨ ਹਨ। ਇਹਨਾਂ ਤਿੰਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਫਿਰ ਕੋਈ ਭੁਲੇਖਾ ਵੀ ਉਹਨਾਂ ਨੇ ਨਹੀਂ ਰਹਿਣ ਦਿੱਤਾ। ਬਹੁਤ ਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕੀਤੀ ਉਹਦਾ ਅਸੀਂ ਜ਼ਿਕਰ ਕਰਾਂਗੇ, ਪਰ ਤੁਹਾਡੀਆਂ ਕਾਲਸ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਲਾਂਬਾ ਜੀ, ਮੈਂ ਚਰਨਜੀਤ ਸਿੰਘ ਗੁਮਟਾਲਾ ਬੋਲ ਰਿਹਾ। ਜੀ 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 ਗੁਮਟਾਲਾ ਸਾਹਿਬ ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ। ਮੈਂ ਨਾ ਦੋ ਗੱਲਾਂ ਕਹਿਣੀਆਂ ਸੀ ਤੁਹਾਡੇ ਨਾਲ। ਜੀ ਜੀ। ਇੱਕ ਤੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਨਾ ਜੀ, ਜਦੋਂ ਅਧਿਆਤਮਕ ਵਾਰਾਂ ਦੀ ਸ਼ੁਰੂਆਤ ਕੀਤੀ ਹੈ ਸਾਡੇ ਜੀ ਪੰਜਾਬੀ ਸਾਹਿਤ ਵਿੱਚ, ਤੇ ਵੀਰ ਅਸੀਂ ਵਾਰਾਂ ਨੂੰ ਉਹਨਾਂ ਨੇ ਜੀ ਵੀਰ ਅਸੀਂ ਵਾਰਾਂ ਦੀ ਤਰ੍ਹਾਂ ਤੇ ਅਧਿਆਤਮਕ ਵਾਰਾਂ ਸ਼ੁਰੂ ਕੀਤੀਆਂ। ਜੀ, ਇੱਕ ਤੇ ਸਾਨੂੰ ਬੜਾ ਮਾਣ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਹਾਂਜੀ। ਦੂਜਾ ਸੀ ਵੀ ਇਹ ਮਾਰਕੰਡੇ ਪੁਰਾਣ ਦੇ ਵਿੱਚ ਨਾ ਜੀ ਇਹ ਕਥਾ ਜਿਹਨੂੰ ਸ੍ਰੀ ਗੁਰੂ ਗੋਬਿੰਦ ਜੀ ਨੇ ਇਹਨੂੰ ਪੰਜਾਬੀ ਦਿੱਤਾ ਵੀ ਇੱਕ ਔਰਤ ਇਹਦੀ ਬਲਵਾਨ ਹੋ ਸਕਦੀ ਹੈ, ਤੁਸੀਂ ਤੇ ਮਰਦ ਜੀ। ਹਾਂਜੀ, ਤੇ ਬਹੁਤ ਵਧੀਆ, ਧੰਨਵਾਦ ਤੁਹਾਡਾ ਜੀ, ਤੁਸੀਂ ਨਾ ਇਹ ਮੁੱਦਾ ਲਿਆਂਦਾ ਜੀ। ਜੀ 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 ਜੀ। ਤੇ ਬਿਲਕੁਲ ਗੱਲ ਇਹ ਹੈ ਕਿ ਉਹ ਜਿਹੜਾ ਰॉ ਮਟੀਰੀਅਲ ਸੀ, ਜੋ ਕੁਝ ਸੀ, ਗੁਰੂ ਸਾਹਿਬ ਨੇ ਉਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਦੀ ਡਾਇਰੈਕਸ਼ਨ ਚੇਂਜ ਹੋ ਗਈ। ਉਹ ਜਿਹੜੀ ਪਹਿਲਾਂ ਜਿਨ੍ਹਾਂ ਦੀ ਆਰਾਧਨਾ ਕੀਤੀ ਜਾਂਦੀ ਸੀ, ਪੂਜਣਯੋਗ ਹਸਤੀ ਕੇਵਲ ਇੱਕ ਅਕਾਲ ਪੁਰਖ ਨੂੰ ਰੱਖਿਆ ਔਰ ਬਾਕੀ ਸਾਰੇ ਉਹਦੇ ਸਾਧਨ ਬਣਾਏ। ਗੁਰੂ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ, ਜਿਹੜੀ ਉਹਨਾਂ ਨੇ ਗੱਲ ਕਹੀ, ਜਿਹੜੀ ਅਸੀਂ ਰੋਜ਼ ਪੜ੍ਹਦੇ ਹਾਂ, ਦੇਵ ਦੈਤ ਜੱਛਨ ਉਪਜਾਇਓ। ਦੇਵਤੇ ਤੇ ਦੈਤ ਇਹ ਦੋਨੋਂ ਵਾਹਿਗੁਰੂ ਦੇ ਹੀ ਪੈਦਾ ਕੀਤੇ ਹੋਏ ਹਨ। ਇਹ ਬਿਲਕੁਲ ਇੱਕ ਨਵੀਂ ਫਿਲਾਸਫੀ ਸੀ, ਕਿਉਂਕਿ ਜਿਹੜੀ ਇੱਧਰ ਦੀ ਫਿਲਾਸਫੀ ਸੀ ਇਸਲਾਮ ਦੀ ਔਰ ਕ੍ਰਿਸਚੈਨਿਟੀ ਦੇ ਵਿੱਚ, ਇਹਦੇ ਵਿੱਚ ਜਿਹੜਾ ਸ਼ੈਤਾਨ ਹੈ ਉਹਦੀ ਵੱਖਰੀ ਹੋਂਦ ਹੈ ਰੱਬ ਦੀ, ਰੱਬ ਤੋਂ ਵੱਖਰੀ ਹੋਂਦ ਹੈ, ਬਲਕਿ ਉਹਨੂੰ ਰੱਬ ਦੇ ਮੁਕਾਬਲੇ ਦੇ ਉੱਤੇ ਖੜਾ ਕੀਤਾ ਗਿਆ। ਪਰ ਗੁਰਮਤ ਨੇ ਇਹਨਾਂ ਦੋਨੋਂ ਸ਼ਕਤੀਆਂ ਦਾ ਸਿਰਜਣਹਾਰ ਅਕਾਲ ਪੁਰਖ ਨੂੰ ਨਿਯਤ ਕੀਤਾ ਹੈ, ਦੇਵ ਦੈਤ ਜੱਛਨ ਉਪਜਾਇਓ। ਅਸੀਂ ਤੁਹਾਡੇ ਨਾਲ ਇਸ ਦੇ ਉੱਤੇ ਗੱਲ ਕਰਾਂਗੇ। ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ। 516 825 0006। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਦੇਵ ਦੈਤ ਜੱਛਨ ਉਪਜਾਇਓ ਦੇ ਉੱਤੇ ਗੱਲ ਕਰ ਰਹੇ ਸੀ ਕਿ ਇਹ ਦੋਨੋਂ ਸ਼ਕਤੀਆਂ ਵਾਹਿਗੁਰੂ ਦੀਆਂ ਪੈਦਾ ਕੀਤੀਆਂ ਹਨ। ਇਹ ਕੋਈ ਆਪਸ ਵਿੱਚ ਨਹੀਂ ਬਣੀਆਂ ਜਾਂ ਆਪਣੇ ਆਪ ਨਹੀਂ ਬਣੀਆਂ ਹੋਈਆਂ। ਤੁਹਾਡੀ ਕਾਲਸ ਦਾ ਸਮਾਂ ਹੈ, ਤੁਹਾਡੀ ਕਾਲ ਲੈ ਰਹੇ। ਹਾਂਜੀ, ਹੈਲੋ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਜੇ ਨਾਂ ਦੱਸਾਂ ਤੇ ਮੈਂ ਮਾਫੀ ਚਾਹੁੰਦਾ। ਤੁਹਾਡੀ ਖੁਸ਼ੀ। ਹਾਂਜੀ, ਇਹਦੇ 'ਚ ਮੈਂ ਜੀ, ਪਰ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਜੀ, ਹੁਕਮ ਕਰੋ। ਮੈਂ ਬੇਨਤੀ ਕਰਨੀ ਸੀ, ਇੱਕ ਤੇ ਜਿਹੜਾ ਤੁਸੀਂ ਅੱਜ ਇਹ ਮੁੱਦਾ ਲੈ ਕੇ ਆਂਦਾ ਬਹੁਤ ਚੰਗਾ ਜੀ ਤੇ ਬੜਾ ਹੀ ਨੌਲੇਜੇਬਲ ਹੈ, ਜਿਹਦੀ ਸਾਨੂੰ ਲੋੜ ਵੀ ਹੈਗੀ ਆ ਜੀ। ਤੇ ਇਹਦੇ ਬਾਰੇ ਮੈਂ ਇੱਕ ਗੱਲ ਕਰਨੀ ਸੀਗੀ ਕਿ ਬਿਲਕੁਲ ਇਹਦੇ 'ਚ
ਤੁਸੀਂ ਜਿਹੜੀ ਗੱਲ ਦੱਸ ਰਹੇ ਸੀਗੇ ਦਰਸ਼ਕਾਂ ਨੂੰ, ਉਹ ਕਾਫੀ ਹੱਦ ਤੱਕ ਤੁਸੀਂ ਠੀਕ ਦੱਸ ਰਹੇ ਹੋ। ਹੁਣੇ ਹੀ ਚਰਨਜੀਤ ਗੁਮਟਾਲਾ ਜੀ ਨੇ ਗੱਲ ਕੀਤੀ ਆ ਜੀ ਜੀ ਕਿ ਵੀਰ ਅਸੀਂ ਵਾਰਾਂ ਸੀਗੀਆਂ ਇਸ ਤੋਂ ਪਹਿਲੋਂ, ਜੀ ਅਧਿਆਤਮਕ ਵਾਰਾਂ ਤੋਂ ਪਹਿਲੋਂ। ਜੀ ਜੀ ਔਰ ਗੁਰੂ ਸਾਹਿਬਾਂ ਨੇ ਜਿਹੜੀਆਂ ਅਧਿਆਤਮਕ ਵਾਰਾਂ ਨੂੰ ਜਿਨ੍ਹਾਂ ਧੁਨੀਆਂ ਤੇ ਗਾਉਣ ਦੇ ਆਦੇਸ਼ ਦਿੱਤੇ, ਉਹ ਸਾਡੀਆਂ ਲੋਕ ਵਾਰਾਂ ਹੀ ਸੀ। ਜੀ ਹਾਂ ਜੀ ਹਾਂ ਜੀ ਹਾਂ। ਔਰ ਉਹਨਾਂ ਲੋਕ ਵਾਰਾਂ ਨੂੰ ਅਸੀਂ ਨਾ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਅਨਫੋਰਚੂਨੇਟਲੀ। ਜੀ ਜੀ ਕਿਉਂਕਿ ਸਿੱਖ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਉਹਦੇ ਵਿੱਚ ਕਿਤੇ ਵੀ ਅਸੀਂ ਇਹ ਕਹਿ ਦਿੰਦੇ, ਉਹ ਖੱਪਾ ਪੂਰ ਦਿੰਦੇ ਆ ਇਹ ਕਹਿ ਕੇ ਕਿ ਉਹ ਵਾਰਾਂ ਮਿਲਦੀਆਂ ਨੇਗੀਆਂ। ਨਾ ਤੇ ਉਹਨਾਂ ਦੇ ਵਿੱਚ ਕਿਸੇ ਸਿੱਖ ਸੰਸਥਾ ਨੇ, ਨਾ ਕਿਸੇ ਹੋਰ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਲੱਭਿਆ ਜਾਵੇ। ਜੀ ਜੀ ਜੀ। ਇੱਕ ਮੇਰੀ ਨੌਲੇਜ ਹੈਗਾ ਕਿ ਇੱਕ ਰਿਸਰਚ ਹੋਈ ਸੀ, PhD ਦਾ ਥੀਸਿਸ ਹੋਇਆ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੀ। ਉਹਦੇ ਵਿੱਚ ਇੱਕ ਰਿਸਰਚਰ ਨੇ ਇਹਦੇ ਤੇ ਖੋਜ ਕੀਤੀ ਹੈ ਤੇ ਉਹ ਲੱਭੀ ਆ ਜੋਧੇ ਵੀਰੇ ਕੁਰਬਾਨੀ ਕੀ ਧੁਨੀ। ਅੱਛਾ, ਜੋਧੇ ਵੀਰੇ ਕੁਰਬਾਨੀ ਕੀ ਧੁਨੀ, ਉਹਨੂੰ ਉਹਨਾਂ ਨੇ ਨਾਂ ਦਿੱਤਾ ਹੈ ਵੀਰ ਜੋਧ ਦੀ। ਅੱਛਾ, ਲੋਕ ਗਾਥਾ ਵੀਰ ਜੋਧ। ਜੀ 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 ਜੀ। ਉਹਦੇ ਤੇ PhD ਦੀ ਡਿਗਰੀ ਵੀ ਅਵਾਰਡ ਹੋ ਚੁੱਕੀ ਹੈ। ਅੱਛਾ। ਉਹਦੇ ਬਾਰੇ ਨਾ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹਨੂੰ ਪਬਲਿਸ਼ ਹੀ ਕੀਤਾ ਹੈ ਤੇ ਨਾ ਅੱਗੇ ਕਿਸੇ ਹੋਰ ਨੇ ਉਪਰਾਲਾ ਕੀਤਾ ਹੈ। ਜੀ ਜੀ। ਤੇ ਨਾ ਉਸ ਮਾਤੜ ਰਿਸਰਚਰ ਨੇ ਹੀ ਕੋਸ਼ਿਸ਼ ਕੀਤੀ ਕਿ ਉਹਨੂੰ ਪਬਲਿਸ਼ ਕਰਵਾ ਦੇਵੇ। ਓਕੇ। ਹੁਣ ਜਦੋਂ ਤੁਸੀਂ ਇਸ ਟੌਪਿਕ ਨੂੰ ਛੇੜਿਆ ਹੈ ਤੇ ਮੈਨੂੰ ਆਸ ਹੈ ਕਿ ਤੁਹਾਡਾ ਜਿਸ ਤਰ੍ਹਾਂ ਦਾ ਸਿੱਖ ਇਤਿਹਾਸ ਨੂੰ ਤੁਹਾਡੀ ਆਪਣੀ ਜਾਣਨ ਦੀ ਰੁਚੀ ਹੈ ਤੇ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਹੋਰ ਕੋਸ਼ਿਸ਼ ਕਰਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸ਼ਾਇਦ ਅੱਗੇ ਲੈ ਕੇ ਆਓਗੇ ਜੀ। ਤੇ ਇਹਦੇ ਵਿੱਚੋਂ ਕੁਝ ਸਾਨੂੰ ਜਿਹੜੀਆਂ ਨੇ ਉਹ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਖੱਪੇ ਪਏ ਨੇ, ਸਪੈਸ਼ਲੀ ਅਧਿਆਤਮਕ ਵਾਰਾਂ ਦੇ ਵਿੱਚ ਤੇ ਲੋਕ ਵਾਰਾਂ ਦੇ ਵਿੱਚ, ਉਹ ਖੱਪਾ ਸ਼ਾਇਦ ਪੂਰਿਆ ਜਾ ਸਕੇ। ਨਹੀਂ, ਬਹੁਤ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜੇ ਤੁਸੀਂ ਸਾਨੂੰ ਈਮੇਲ ਕਰਕੇ ਅਗਰ ਉਹ ਜਿਹੜੀ ਵੀ ਕੋਈ ਐਸੀ ਜਾਣਕਾਰੀ ਹੈ ਤਾਂ ਕਿ ਅਸੀਂ ਉਹਦੇ ਤੇ ਅਸੀਂ ਖੁਦ ਤਾਂ ਨਹੀਂ ਕੁਝ ਕਰ ਸਕਦੇ, ਪਰ ਇੱਕ ਜਿਹੜੀਆਂ ਸੰਸਥਾਵਾਂ ਕਰ ਸਕਦੀਆਂ ਜਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਹੁਣ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵੀ ਟੁੰਡੇ ਅਸਰਾਜੇ ਕੀ ਧੁਨੀ ਲਿਖੀ ਹੈ ਤੇ ਟੁੰਡਾ ਅਸਰਾਜ ਦੀ ਗਾਥਾ ਬੜੀ ਮਸ਼ਹੂਰ ਹੈ ਔਰ ਜਿਹੜੀ ਕਿ ਮਿਲਦੀ ਹੈ ਸਾਹਿਤ ਦੇ ਵਿੱਚ, ਉਹ ਰਾਜਸਥਾਨ ਦੀਆਂ ਵਾਰਾਂ ਸੀ। ਸੋ ਉਹ ਬਿਲਕੁਲ ਕਮਾਲ ਦੀ ਉਹ ਰਚਨਾ ਹੈ ਔਰ ਉਸ ਦਾ ਕਿਰਦਾਰ ਅਸਰਾਜ ਦਾ ਇਤਨਾ ਉੱਚਾ ਆਚਰਣ ਦਿਖਾਇਆ ਗਿਆ, ਬਲਕਿ ਉਸੇ ਤਰੀਕੇ ਦਾ ਜਿਵੇਂ ਪੂਰਨ ਭਗਤ ਦਾ ਹੈਗਾ। ਸੋ ਇਹ ਵਾਕਈ ਇੱਕ ਸਾਡਾ ਸਰੋਤ ਹੈ, ਸੋਮਾ ਹੈ ਇਹਨੂੰ ਲੱਭਣ ਦੀ ਔਰ ਇਹਨੂੰ ਪ੍ਰਚਾਰਨ ਪ੍ਰਸਾਰਨ। ਬਲਕਿ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਜਿਹੜੀ ਇਹ ਸਾਡੀ ਹੈਗੀ ਹੈ ਵਾਰਸਰੀ ਭਗਉਤੀ ਜੀ ਕੀ ਹੈ, ਇਹਦੇ ਵਿੱਚ ਬੜੇ ਆਦਰਸ਼ ਜਿਹੜੇ ਹੈ ਉਹ ਦਿੱਤੇ ਹੈ। ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਉਹ ਇੱਕ ਹਾਰੇ ਹੋਏ ਦੇ ਨਾਲ ਉਹਨੂੰ ਉਹਦਾ ਸਾਈਡ ਲੈ ਕੇ ਔਰ ਫਿਰ ਜਦੋਂ ਉਹਨੂੰ ਜਿੱਤ ਜਾਂਦੀ ਹੈ ਫਿਰ ਆਪ ਦੁਬਾਰਾ ਫਿਰ ਜੰਗਲ ਵਿੱਚ ਚਲੀ ਜਾਂਦੀ ਹੈ। ਯਾਨੀ ਕਿ ਇੱਦਾਂ ਦਾ ਨਹੀਂ ਜਾਪਦਾ ਜਿਵੇਂ ਗੁਰੂ ਸਾਹਿਬ ਨੇ ਵੀ ਬਹਾਦਰ ਸ਼ਾਹ ਨੂੰ ਗੱਦੀ ਦੇ ਉੱਤੇ ਬਿਠਾ ਕੇ ਉਹਦੇ ਵਿੱਚ ਉਹ ਹਿੱਸਾ ਨਹੀਂ ਮੰਗਿਆ। ਇਹ ਸ਼ਾਇਦ ਬੜੇ ਸੂਖਸ਼ਮ ਸਨੇਹ ਹਨ। ਸੋ ਤੁਹਾਨੂੰ ਭਾਈ ਸਾਹਿਬ ਜੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਸਾਨੂੰ ਸਾਂਝੀ ਕਰੋ ਔਰ ਜੇ ਠੀਕ ਸਮਝੋ ਤੁਸੀਂ ਅਗਰ ਆਪਣਾ ਨਾਂ ਦੱਸੋ ਤੇ ਸੰਗਤ ਨਾਲ ਆਪਣੇ ਦਰਸ਼ਕਾਂ ਨਾਲ ਫਤਿਹ ਵੀ ਸਾਂਝੀ ਕਰ ਲਓ। ਮੈਂ ਸਮਾਂ ਤੇ ਜ਼ਰੂਰ ਦੱਸਾਂਗਾ ਜੀ। ਮੈਂ ਇੱਕ ਬੇਨਤੀ ਸਿਰਫ ਇੰਨੀ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਹੋਰ ਵੀ ਕਾਲਰ ਹੋਣਗੇ ਪਿੱਛੇ, ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਇਸ਼ੂਜ਼ ਤੁਸੀਂ ਇਸ ਤਰ੍ਹਾਂ ਦੇ ਸਿੱਖ ਇਤਿਹਾਸ ਦੇ ਬਾਰੇ ਲੈ ਕੇ ਆ ਰਹੇ ਹੋ ਜੀ, ਜਾਂ ਜਿਵੇਂ ਪਿੱਛੇ ਪ੍ਰੋਫੈਸਰ ਸੁਖਪ੍ਰੀਤ ਸਿੰਘ ਉਦੋਕੇ ਨੇ ਉਹਨਾਂ ਨੇ ਲੈ ਕੇ ਆਉਂਦੇ ਨੇ ਜੀ। ਕਈ ਵਾਰੀ ਕਈ ਮੁੱਦੇ ਆਉਂਦੇ ਨੇ, ਕਈ ਅਸੀਂ ਸਾਡੇ ਚੈਨਲ ਜਿਹੜੇ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਜਿਹੜੇ ਰੋਜ਼ਮਰਾ ਦੇ ਖੇਡ ਮੇਲੇ ਜਾਂ ਹੋਰ ਚੀਜ਼ਾਂ ਨੇ ਉਹ ਵੀ ਸਾਡਾ ਪਾਰਟ ਆਫ ਲਾਈਫ ਹੈ, ਸਾਨੂੰ ਲੋੜ ਹੈ ਇੱਥੇ ਬੈਠਿਆਂ ਨੂੰ। ਪਰ ਕਈ ਇਹੋ ਜਿਹੇ ਇਸ਼ੂਜ਼ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਆ ਰਹੇ ਹੋ ਜੀ। ਤੁਸੀਂ ਤੋਂ ਮੇਰਾ ਭਾਵ ਹੈ ਕਿ ਇਹ ਚੈਨਲ ਜਿਹੜੇ ਬਾਹਰ ਦੇ ਨੇ ਜੀ, ਸੁਖਪ੍ਰੀਤ ਸਿੰਘ ਉਦੋਕੇ ਨੂੰ ਤੁਸੀਂ ਲੈ ਕੇ ਆਂਦਾ। ਇੱਕ ਹੋਰ ਜਿਹੜੀ ਮੈਂ ਗੱਲ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਵੇਂ ਤੁਸੀਂ ਹੁਣੇ ਦੱਸ ਰਹੇ ਸੀ ਕਿ ਅਕਾਲ ਪੁਰਖ ਵੱਲ ਇਸ਼ਾਰਾ ਕਰ ਰਹੀ ਹੈ ਸਾਡੀ ਵਾਰ ਸ਼੍ਰੀ ਭਗਉਤੀ ਜੀ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬਾਂ ਦੀ, ਗੁਰੂ ਗੋਬਿੰਦ ਸਿੰਘ ਜੀ ਦੀ, ਤੇ ਉਹ ਅਕਾਲ ਪੁਰਖ ਸਾਨੂੰ ਇਹ ਤਾਂ ਰਸਤਾ ਵਿਖਾਤਾ ਕਿ ਗੁਰੂ ਮਾਨਿਓ ਗ੍ਰੰਥ ਜੀ। ਗੁਰੂ ਗ੍ਰੰਥ ਤਾਂ ਅਸੀਂ ਮੰਨਦੇ ਹਾਂ, ਗੁਰੂ ਸਾਹਿਬਾਂ ਅੱਗੇ, ਗੁਰੂ ਮਹਾਰਾਜ ਅੱਗੇ ਜਾਂਦੇ ਹਾਂ, ਗੁਰਦੁਆਰੇ ਸਿਰ ਵੀ ਝੁਕਾਉਂਦੇ ਹਾਂ, ਪਰ ਉਸ ਤੋਂ ਅੱਗੇ ਅਕਾਲ ਪੁਰਖ ਨੂੰ ਲੱਭਣ ਦੀ ਕੋਸ਼ਿਸ਼ ਕਿੰਨੇ ਦੱਸਣੀ ਆ, ਕਿਵੇਂ ਦੱਸਣੀ ਆ, ਉਹ ਇੱਕ ਬੜਾ ਵੱਡਾ ਇੱਕ ਵੱਖਰਾ ਮਸਲਾ ਹੈ। ਤੁਸੀਂ ਜੇ ਹੁਣੇ ਹੀ ਲਾਈਵ ਹੋ ਕੇ ਤੇ ਵੇਖ ਰਹੇ ਹੋਵੋ, ਕਿਤੇ ਵੇਖਿਓ ਕਿ ਉੱਥੇ ਇੱਕ ਪ੍ਰੋਗਰਾਮ, ਇੱਕ ਡਰਾਮਾ ਚੱਲ ਰਿਹਾ ਹੈ, ਸੀਰੀਅਲ ਦੇਵੋਂ ਕੇ ਦੇਵ ਮਹਾਦੇਵ, ਜਿਹਦੇ ਵਿੱਚ ਉਹਨਾਂ ਨੇ ਟੋਟਲ
ਟੋਟਲ ਉਹਨਾਂ ਦਾ ਇਤਿਹਾਸ ਜਿਹੜਾ ਉਸ ਡਰਾਮੇ ਦੇ ਰਾਹੀਂ ਦੱਸ ਦਿੱਤਾ ਹੈ। ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਵੀ ਚੰਗੇ ਢੰਗ ਨਾਲ ਕਰਨ ਤੋਂ ਅਸਮਰੱਥ ਹਾਂ। ਸੋ ਇਹਦੇ ਬਾਰੇ ਤੁਸੀਂ ਇਹੋ ਜਿਹੇ ਮੁੱਦੇ ਲੈ ਕੇ ਆ ਰਹੇ ਹੋ, ਤੁਸੀਂ ਨਿਰਸੰਦੇਹ ਵਧਾਈ ਦੇ ਹੱਕਦਾਰ ਹੋ, ਔਰ ਇਹਨਾਂ ਚੀਜ਼ਾਂ ਨੂੰ ਪਲੀਜ਼ ਕੰਟੀਨਿਊ ਰੱਖਿਓ। ਇਮੋਸ਼ਨਲ ਗੱਲਾਂ, ਹੋਰ ਇਹੋ ਜਿਹੇ ਇਸ਼ੂਜ਼, ਸੜਕੀ ਹਾਦਸੇ ਵੀ ਸਾਡੇ ਜਿਹੜੇ ਮੁੱਦਿਆਂ ਦੇ ਪਾਰਟ ਬਣਨੇ ਚਾਹੀਦੇ ਨੇ। ਪਰ ਜਿਹੜੀ ਇਸ ਵੇਲੇ ਸਿੱਖ ਇਤਿਹਾਸ ਦੇ ਬਾਰੇ ਜਾਂ ਸਿੱਖ ਫਲਸਫੇ ਦੇ ਬਾਰੇ ਬਾਹਰੋਂ ਚੱਲੀ ਹੋਈ ਗੱਲ ਹੈ ਇਸ ਵੇਲੇ, ਸਪੈਸ਼ਲੀ ਜਿਹੜੇ ਬਾਹਰ ਦੇ ਚੈਨਲ ਇਹਦੇ ਬਾਰੇ ਸੁਚੇਤ ਤੌਰ ਤੇ ਯਤਨ ਕਰਨ, ਤੇ ਨਿਰਸੰਦੇਹ ਅਸੀਂ ਇਹਦੇ ਬਾਰੇ ਹੋਰ ਬਹੁਤ ਖੋਜ ਕਰਨ ਦੇ ਕਾਬਲ ਹੋਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਤੁਸੀਂ ਜਿਹੜੀ ਗੱਲ ਕਹਿ ਰਹੇ ਸੀਗੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਹੜੀ ਜ਼ਿਕਰ ਕਰ ਰਹੇ ਸੀਗੇ ਕਿ ਉਹ ਦੇਵੋਂ ਕੇ ਦੇਵ ਮਹਾਦੇਵ, ਅਸਲ ਵਿੱਚ ਹੁਣ ਜੇ ਅਸੀਂ ਗੁਰਬਾਣੀ ਨੂੰ ਖੁਦ ਅਗਰ ਸਮਝਣ ਦੀ, ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤਾਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਹੁਣ ਰੋਜ਼ ਅਸੀਂ ਪੜ੍ਹਦੇ ਹਾਂ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨੈਭਿਵ, ਤੂੰ ਮਹਾਦੇਵ ਨੂੰ ਸਿਵ ਕਹੀ ਜਾਂਦਾ। ਹਜ਼ੂਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇੱਕ ਲਫ਼ਜ਼ ਦੇ ਵਿੱਚ ਕਮਾਲ ਵਿਆਖਿਆ ਕਰ ਦਿੱਤੀ, ਦੇਵ ਦੇਵਤਾਨ ਕੋ। ਉਹ ਜਿਹੜਾ ਵਾਹਿਗੁਰੂ ਹੈ ਉਹ ਦੇਵਤਿਆਂ ਦਾ ਵੀ ਦੇਵ ਹੈ। ਦੇਵ ਦੇਵਤਾਨ ਕੋ ਸੁਰੇਸ ਦਾਨਵਾਨ ਕੋ, ਉਹ ਜਿਹੜੇ ਦਾਨਵ ਹੈ ਉਹਨਾਂ ਦਾ ਵੀ ਵੱਡਾ, ਸਭ ਤੋਂ ਵੱਡਾ ਅਗਰ ਤੁਹਾਨੂੰ ਉਸ ਤੋਂ ਡਰ ਲੱਗਦਾ ਹੈ ਤਾਂ ਉਹ ਉਸ ਤੋਂ ਵੱਡਾ ਕੋਈ ਨਹੀਂ, ਉਹ ਵੀ ਵਾਹਿਗੁਰੂ ਹੈ। ਦੇਵ ਦੇਵਤਾਨ ਕੋ ਸੁਰੇਸ ਦਾਨਵਾਨ ਕੋ, ਮਹੇਸ਼ ਗੰਗਧਾਨ ਕੋ, ਜਿਹਨੇ ਸਿਰ 'ਚ ਗੰਗਾ ਧਾਰਨ ਕੀਤੀ, ਜਿਹਨੂੰ ਸ਼ਿਵ ਜੀ ਕਹਿੰਦੇ, ਉਹਦਾ ਵੀ ਵੱਡਾ ਈਸ਼ ਅਕਾਲ ਪੁਰਖ ਹੈ। ਦਰਅਸਲ ਇਹ ਜਿਹੜੀ ਫਿਲਾਸਫੀ ਗੁਰੂ ਸਾਹਿਬ ਨੇ ਦਿੱਤੀ ਕਿ ਦੇਵ ਦੈਤ ਚੱਛਨ ਉਪਜਾਇਓ, ਪੁੱਛਿਆ ਸਿੱਖਾਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿ ਇਹ ਆਪ ਕਹਿ ਰਹੇ ਹੋ ਕਿ ਦੇਵਤੇ ਤੇ ਦੈਤ ਦੋਨੋਂ ਵਾਹਿਗੁਰੂ ਨੇ ਬਣਾਏ। ਹਜ਼ੂਰ ਨੇ ਕਿਹਾ ਬਿਲਕੁਲ, ਦੋਨੋਂ ਉਸ ਦੀ ਰਚਨਾ ਹੈ। ਫਿਰ ਉਹਨਾਂ ਨੇ ਪੁੱਛਿਆ ਦੇਵਤੇ ਕਿਉਂ ਬਣਾਏ? ਇਹਦੇ ਤੇ ਤੁਹਾਡੇ ਨਾਲ ਥੋੜੀ ਜੀ ਵਿਆਖਿਆ ਕਰਾਂਗੇ। ਹੈਲੋ 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 ਜੀ, ਲਾਈਨ ਕੱਟੀ ਗਈ। ਸੋ ਉਹਨਾਂ ਨੇ ਕਿਹਾ ਦੇਵਤੇ ਕਿਉਂ ਬਣਾਏ? ਹਜ਼ੂਰ ਨੇ ਕਿਹਾ ਦੈਂਤਾਂ ਦਾ ਨਾਸ਼ ਕਰਨ ਲਈ। ਕਹਿੰਦੇ ਦੈਤ ਕਿਉਂ ਬਣਾਏ? ਕਹਿੰਦੇ ਦੇਵਤਿਆਂ ਦਾ ਕਮੰਡ ਤੋੜਨ ਲਈ। ਹੈਲੋ ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਜੀ ਜੀ, ਪਿਆਰਾ ਸਿੰਘ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰਾ ਸਿੰਘ ਜੀ, ਹਾਂਜੀ, ਇੱਕੋ ਲਾਈਨ ਬੋਲਣੀ ਹੈ ਜੀ ਜੀ। ਸਿੱਖ ਨੌਜਵਾਨ ਬੱਚੇ ਬੱਚੀਆਂ ਛੋਟੀ ਕਿਰਪਾਨ ਗਾਤਰੇ ਦੀ ਧਾਰਨ ਕਰੋ, ਅੰਮ੍ਰਿਤ ਛਕੋ, ਤੇ ਉਹਦੀ ਸਵਰਤੋਂ ਕਿਵੇਂ ਕਰਨੀ ਹੈ ਉਹ ਸਾਰਾ ਪੈਂਤੜਾ ਸਿੱਖੋ। ਠੀਕ ਹੈ, ਠੀਕ ਹੈ। ਸੈਲਫ ਡਿਫੈਂਸ ਵਾਸਤੇ ਠੀਕ ਹੈ ਦਾਸ ਸਿਖਾਉਂਦਾ ਰਿਹਾ ਆਪਣੇ ਵਿਦਿਆਰਥੀਆਂ ਨੂੰ। ਠੀਕ ਹੈ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜਾ ਪ੍ਰੋਗਰਾਮ ਸੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜਿਹੜੀ ਅਖੀਰ ਦੇ ਵਿੱਚ ਫਿਰ ਇੱਕ ਵਾਰ ਜਿਹੜਾ ਅੱਜ ਦਾ ਪਾਵਨ ਦਿਵਸ ਹੈ, ਉਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਰਘੁਵੰਸ਼ ਤਿਲਕ ਸੁੰਦਰ ਦਸਰਥ ਘਰ, ਮੁਨ ਬਾਂਛੇ ਜਾ ਕੀ ਸਰਣੰ, ਸਤਿਗੁਰ ਗੁਰਸੇਵ ਅਲਖਗਤ ਜਾਕੀ, ਸ੍ਰੀ ਰਾਮਦਾਸ ਧਾਰਨ ਧਰਣੰ। ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ। ਔਰ ਨਿਰਭਉ ਨਿਰਵੈਰ ਹੋਣ ਲਈ ਜਿਹੜੇ ਦੋਨੋਂ ਚੀਜ਼ਾਂ ਗੁਰੂ ਸਾਹਿਬ ਨੇ ਦਿੱਤੀਆਂ, ਧਨ ਜੀਓ ਤਹਿ ਕੋ ਜਗ ਮੇ, ਮੁਕਤੇ ਹਰ ਚਿੱਤ ਮੇ ਜੁਦ ਵਿਚਾਰੇ, ਉਹਨੂੰ ਆਪਣੇ ਜੀਵਨ ਵਿੱਚ ਅਪਣਾਈਏ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਸਾਨੂੰ ਈਮੇਲ ਕਰੋ, lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।